चक्र चिहन अर बरन जात, अर पात नहन जहे। रूप रंग अर रेख भेख को कह न सकत केहे। अचल मूर्त अनुभव प्रकाश अमितोज कहजै। कोट इंद्र इंद्राण साहे साहान गणजै। त्रिभवन महीप सुर नर असुर। नेत नेत बन तृण कहत, त्वै सर्ब नाम कथय कवन। कर्म नाम बरनत समत, प्रभ दातो दातार परयो जाचक एक सरना। मिलै दान संतरेन जेहे लग भव जल तरना। बिनत करो अरदास सुनो जे ठाकुर भावै। देहो दरस मन चाओ भगत एहो मन ठहरावै। बलियो चराग अंधियार मह, सब कल उदरी एक नाम धरम। प्रगट सगल हर भवन मह, जन नानक गुर पार ब्रह्म। प्रगट सगल हर भवन मह, जन नानक गुर पार ब्रह्म। इक मन पुरख ध्याए बर दाता, संत सहार सदा बख्याता। तास चरण ले हृदय बसावो, तो परम गुरु नानक गुण गावो। गावो गुण परम गुरु सुख सागर, दुरत निवारण शब्द सरे। गावै गंभीर धीर मत सागर, जोगी जंगम ध्यान धरे। गावै इंद्राद भगत प्रहलाद, कया तम रस जिन जानियो। कब कल सुजस गावों गुर नानक, राज जोग जिन माणियो। हम अवगुण भरे एक गुण, आही अमृत छाड़ बिख बिख खाई। माया मोह परम पै भूले, सुत दारा स्यों प्रीत लगाई। उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखो सरणाई। सो कहो टल गुर सेविय, अहनस सहज सुभाए। दर्शन परसय गुरु कै, जन्म मरण दुख आए। होवै सिफत खसंबंधी, नूर अर सोह गुर सोह चटिया। खुद डठे सच्चे पातशाह, मल जन्म जन्म दी कटिया। सज्जन सच्चा पातशाह, सिर साहांद साहो। जिस पास बैठिया सोहिया, सबना दा बेसाहो। सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨਾ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ। ਸਭ ਘਾਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਾਨ ਖਾਨੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਾਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਪਾਤਸ਼ਾਹ ਦੇ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰ ਰਹੇ ਹੋ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਪਣੇ ਪ੍ਰਭੂ ਦੀ ਉਸਤਤ ਕਰੋ ਹੇ ਸੰਤ ਜਨੋ, ਹੇ ਸਤ ਸੰਗੀਓ। ਉਹਦਾ ਪ੍ਰਕਾਰ ਹੈ ਕਿ ਪਹਿਲਾਂ ਸਾਵਧਾਨ ਤੇ ਫਿਰ ਇਕਾਗਰ ਚਿੱਤ। ਇਕਾਗਰਤਾ ਸਹਿਤ ਔਰ ਸਾਵਧਾਨ ਹੋ ਕੇ ਪਰਮੇਸ਼ਰ ਦੀ ਸਿਫਤ ਕਰੋ, ਅਕਾਲ ਪੁਰਖ ਜੀ ਦੀ ਵਡਿਆਈ ਕਰੋ। ਅੱਜ ਦਾ ਪਾਵਨ ਸ਼ਬਦ ਮਹਾਰਾਜ ਭਗਤ ਰਵਿਦਾਸ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ।
ਸੰਸਾਰ ਨਸ਼ਵਰ ਹੈ, ਤ੍ਰਈ ਕਾਲੀਆ ਸਤ ਹੈ। ਜੋ ਨਸ਼ਵਰ ਹੈ, ਬਿਨਸ ਜਾਣ ਵਾਲਾ ਹੈ, ਉਹਦੇ ਨਾਲ ਸਾਡੇ ਹਿਰਦੇ 'ਚ ਮਮਤਾ ਬਣੀ ਹੋਈ ਹੈ। ਜੋ ਰਹਿਣਾ ਹੀ ਨਹੀਂ, ਉਹਦੇ ਨਾਲ ਮਮਤਾ ਹੈ, ਉਹਦੇ ਨਾਲ ਮੋਹ ਹੈ। ਜਦੋਂ ਨਸ਼ਵਰ ਚੀਜ਼ ਨਾਲ ਮੋਹ ਹੋਵੇਗਾ, ਮਮਤਾ ਹੋਵੇਗੀ, ਤਾਂ ਸੁਭਾਵਕ ਹੈ ਹਿਰਦੇ 'ਚ ਦੁੱਖ ਹੋਵੇਗਾ। ਕਿਉਂਕਿ ਜਿਹਨੇ ਬਿਨਸਣਾ ਹੈ, ਜੇ ਉਹਦੇ ਨਾਲ ਮਮਤਾ ਹੈ ਤਾਂ ਉਹਦੇ ਬਿਨਸਣ ਤੇ ਦੁੱਖ ਤਾਂ ਹੋਣਾ ਸੁਭਾਵਕ ਹੀ ਹੈ। ਜੇ ਇਹਦੇ ਹਿਰਦੇ 'ਚ ਇਹ ਗੱਲ ਦ੍ਰਿੜ ਤੇ ਪਰਪੱਕ ਹੋਵੇ ਕਿ ਇਹ ਬਿਨਸਣਾ ਹੀ ਸੀ, ਇਹ ਕੋਈ ਅਨਹੋਣੀ ਨਹੀਂ, ਇਹ ਤਾਂ ਹੋਣੀ ਸੀ, ਤਾਂ ਫਿਰ ਇਹਦੇ ਹਿਰਦੇ 'ਚੋਂ ਚਿੰਤਾ ਤੇ ਦੁੱਖ ਨਿਰਵਿਰਤ ਹੋ ਜਾਂਦਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਪੁੱਤਰ ਸਨ ਬਾਬਾ ਗੁਰਦਿੱਤਾ ਜੀ। 25-26 ਸਾਲ ਦੀ ਚੜ੍ਹਦੀ ਜਵਾਨੀ ਸੀ। ਕੀਰਤਪੁਰ ਸਾਹਿਬ ਭਾਣਾ ਵਰਤਿਆ ਤੇ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਜੋਧ ਰਾਏ, ਜੋ ਦੀਨੇ ਕਾਂਗੜ ਦਾ ਰਹਿਣ ਵਾਲਾ ਸੀ, ਮਹਾਰਾਜ ਜੀ ਦੇ ਕੋਲ ਆਇਆ। ਪਤਾ ਲੱਗਾ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸੱਚਖੰਡ ਗਏ ਨੇ। ਉਹਨਾਂ ਜਿਵੇਂ ਆਮ ਦੁਨੀਆ ਦੀ ਰਿਓ ਰੀਤ ਹੁੰਦੀ ਆ, ਉਹਦੇ ਮੁਤਾਬਕ ਆ ਕੇ ਅਫਸੋਸ ਜ਼ਾਹਰ ਕੀਤਾ ਕਿ ਬਹੁਤ ਮਾੜਾ ਹੋਇਆ। ਮਹਾਰਾਜ ਜੀ ਨੂੰ ਪੁੱਛਦੇ ਵੀ ਕੀ ਹੋਇਆ ਸੀ। ਮਹਾਰਾਜ ਜੀ ਕਹਿਣ ਲੱਗੇ, ਕੀ ਹੋਇਆ ਸੀ ਕੀ ਦਸੀਏ। ਅਕਾਲ ਪੁਰਖ ਦਾ ਹੁਕਮ ਆਇਆ ਤੇ ਉਹਦੇ ਹੁਕਮ ਚੋਂ ਚਲੇ ਗਏ। ਨੌਜਵਾਨ ਪੁੱਤਰ ਸਾਹਿਬ ਦੇ ਨੇਤਰਾਂ ਦੇ ਸਨਮੁਖ ਸੱਚਖੰਡ ਚਲਾ ਗਿਆ, ਔਰ ਉਹ ਵੀ ਹੋਣਹਾਰ ਪੁੱਤਰ, ਆਗਿਆਕਾਰੀ ਪੁੱਤਰ, ਪਿਆਰਾ ਪੁੱਤਰ। ਤਾਂ ਮੇਰੇ ਸਾਹਿਬ ਦੇ ਹਿਰਦੇ ਵਿੱਚ ਦੁੱਖ ਨਹੀਂ ਹੈ। ਉਹਦਾ ਕਾਰਨ ਸੀ ਕਿ ਸਾਹਿਬ ਜਾਣਦੇ ਨੇ ਵੀ ਇਹ ਤਾਂ ਨਸ਼ਵਰ ਹੀ ਹੈ। ਜੋ ਹੈ ਹੀ ਨਸ਼ਵਰ, ਉਹਦੇ ਨਾਲ ਕੀਤੀ ਹੋਈ ਮਮਤਾ ਕੇਵਲ ਦੁੱਖ ਦੇ ਸਕਦੀ ਹੈ, ਸੁੱਖ ਨਹੀਂ। ਤੋ ਨਸ਼ਵਰ ਇਹ ਸਰੀਰ ਵੀ ਨਸ਼ਵਰ, ਜਿਹਦੇ ਨਾਲ ਸਾਡੀ ਮਮਤਾ। ਤਨ ਨਾਲ ਮਮਤਾ ਹੋਵੇਗੀ, ਤਨ ਦੇ ਦੁਖੀ ਹੋਇਆ ਸਾਡਾ ਹਿਰਦਾ ਦੁਖੀ ਹੈ। ਜੇ ਤਨ ਨਾਲ ਮਮਤਾ ਨਹੀਂ ਹੈ ਤਾਂ ਤਨ ਦਾ ਭਾਵੇਂ ਬੰਦ-ਬੰਦ ਕੱਟਿਆ ਜਾ ਰਿਹਾ ਹੋਵੇ ਤੇ ਭਾਵੇਂ ਖੋਪਰ ਲਾਏ ਜਾ ਰਹੇ ਹੋਣ, ਪਰ ਹਿਰਦੇ ਵਿੱਚ ਸੁੱਖ ਦੀ ਅਨੁਭੂਤੀ ਹੈ। ਮਹਾਰਾਜ ਭਗਤ ਰਵਿਦਾਸ ਜੀ ਨੇ ਅੱਜ ਦੇ ਪਾਵਨ ਸ਼ਬਦ ਦੁਆਰਾ ਸਾਡੇ ਹਿਰਦਿਆਂ ਵਿੱਚ ਵੈਰਾਗ ਤੇ ਉਪਰਾਮਤਾ ਨੂੰ ਪੈਦਾ ਕੀਤਾ। ਆਓ ਸਰਵਣ ਕਰੀਏ। ਭਗਤ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ। ਰਾਗ ਸੂਹੀ ਹੈ। ਮਹਾਰਾਜ ਭਗਤ ਰਵਿਦਾਸ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ। ਭਗਤ ਜੀ ਫਰਮਾਉਂਦੇ ਹਨ ਕਿ ਜਿਹੜਾ ਦਿਨ ਆਉਂਦਾ ਹੈ ਉਹ ਚਲਾ ਜਾਂਦਾ। ਜਿਹੜੀ ਕੱਲ ਬੀਤ ਗਈ ਹੈ, ਆਈ ਸੀ, ਦਿਨ ਚੜ੍ਹਿਆ ਸੀ, ਸੂਰਜ ਉੱਗਿਆ ਸੀ, ਸ਼ਾਮ ਦੇ ਵਿੱਚ ਤਬਦੀਲ ਹੋਇਆ ਤੇ ਉਹ ਦਿਨ ਬੀਤ ਗਿਆ। ਅੱਜ ਦਾ ਇਹ ਦਿਨ ਚੜਿਆ, ਇਹ ਕਿਹੜਾ ਸਥਿਰ ਰਹਿਣਾ ਵੀ ਇਹਨੇ ਇਸੇ ਤਰ੍ਹਾਂ ਹੀ ਸੂਰਜ ਨੇ ਚੜਿਆ ਰਹਿਣਾ। ਸ਼ਾਮ ਪੈਣੀ ਹੈ, ਦਿਨ ਢਲ ਜਾਣਾ, ਦਿਨ ਇਹ ਵੀ ਬੀਤ ਜਾਣਾ। ਭਾਈ ਵੀਰ ਸਿੰਘ ਸਾਹਿਬ ਲਿਖਦੇ, ਉਹ ਕਹਿੰਦੇ ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਕੱਲ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ,
ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਹਰ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰਸ ਵਿੱਚ ਮੱਤੇ ਖੀਵਿਆਂ। ਕੱਲ ਬੀਤ ਗਈ ਹੈ, ਕਿਉਂਕਿ ਜਿਹੜਾ ਦਿਨ ਆਉਣਾ ਉਹਨੇ ਬੀਤਣਾ ਹੀ ਬੀਤਣਾ ਹੈ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਜਿਵੇਂ ਘੜੇ ਵਿੱਚ ਕਿਤੇ ਛੇਕ ਹੋਵੇ ਤੇ ਸਹਿਜੇ ਸਹਿਜੇ ਕਰਕੇ ਉਹਦੇ ਅੰਦਰ ਭਰਿਆ ਸਾਰਾ ਪਾਣੀ ਸਰਵ ਜਾਂਦਾ, ਨਿਕਲ ਜਾਂਦਾ, ਤਿਉਂ ਸਵਾਸਾਂ ਦੀ ਪੂੰਜੀ ਜਿਵੇਂ ਜਿਵੇਂ ਘਟ ਰਹੀ ਹੈ, ਜਿਵੇਂ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਤਿਵੇਂ ਸਵਾਸ ਘਟ ਰਹੇ ਨੇ। ਜਦੋਂ ਤੱਕ ਮਨੁੱਖ ਨੇ ਪਹਿਲਾ ਸਵਾਸ ਨਹੀਂ ਸੀ ਲਿਆ, ਉਦੋਂ ਤੱਕ ਇਹ ਸੰਪੂਰਨ ਸੀ। ਜਨਮ ਲੈਂਦਿਆਂ ਰੋਂਦਿਆਂ ਸਾਰ ਕਿਲਕਾਰੀ ਮਾਰਦਿਆਂ ਸਭ ਤੋਂ ਪਹਿਲੀ ਵਾਰ ਜਦੋਂ ਇਹਦੇ ਫੇਫੜਿਆਂ 'ਚ ਸਾਹ ਭਰਿਆ, ਉੱਥੋਂ ਫਿਰ ਇਹ ਘਟਣਾ ਸ਼ੁਰੂ ਹੋ ਗਿਆ। ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਇਹ ਪੂਰਨ ਸੀ, ਇਹਦੇ ਸਵਾਸ ਪੂਰਨ ਸੀ, ਇਹਦੀ ਅਵਧੀ ਪੂਰਨ ਸੀ। ਪਰ ਜਨਮ ਲੈਂਦਿਆਂ ਸਾਰ ਪਹਿਲਾ ਸਵਾਸ ਜਦੋਂ ਇਹਦੀ ਛਾਤੀ ਵਿੱਚ ਭਰਿਆ, ਉਸੇ ਵਕਤ ਹੀ ਇਹ ਘਟਣਾ ਸ਼ੁਰੂ ਹੋ ਗਿਆ, ਛਿਨ ਛਿਨ ਕਰਕੇ, ਪਲ ਪਲ ਕਰਕੇ। ਉਸ ਵੇਲੇ ਤੋਂ ਲੈ ਕੇ ਅੱਜ ਦੇ ਇਸ ਵਰਤਮਾਨ ਤੱਕ ਘਟਦਾ ਹੀ ਚੱਲਿਆ ਜਾ ਰਿਹਾ ਹੈ। ਉਮਰ ਜਿਵੇਂ ਜਿਵੇਂ ਬੀਤ ਰਹੀ ਹੈ ਤਿਵੇਂ ਤਿਵੇਂ ਘਟ ਰਿਹਾ ਹੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਕਿ ਮਾਂ ਦੇ ਮਨ 'ਚ ਭੁਲੇਖਾ ਹੈ, ਖਬਰੇ ਮੇਰਾ ਪੁੱਤ ਵੱਡਾ ਹੋ ਰਿਹਾ, ਮੇਰਾ ਪੁੱਤ ਵੱਡਾ ਹੋਵੇਗਾ, ਨੌਕਰੀ ਕਰੇਗਾ, ਕੋਈ ਵਪਾਰ ਕਰੇਗਾ, ਧਨ ਕਮਾ ਕੇ ਲਿਆਵੇਗਾ, ਮੇਰੀ ਬਜ਼ੁਰਗੀ ਦਾ, ਮੇਰੇ ਬੁਢੇਪੇ ਦਾ ਸਹਾਰਾ ਬਣੇਗਾ। ਪਰ ਉਸ ਮਾਂ ਦੇ ਮਨ ਵਿੱਚ ਇਹ ਨਹੀਂ ਬੋਧ ਕਿ ਇਹ ਵੱਡਾ ਨਹੀਂ ਹੋ ਰਿਹਾ, ਸਗੋਂ ਘਟ ਰਿਹਾ ਹੈ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਦਕ ਲਾੜ, ਧਰ ਪੇਖਤ ਹੀ ਜਮ ਰਾਓ ਹਸੈ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਦੂੜਾ ਆਇਓ ਜਮਹਿ ਤਣਾ। ਮਾਂ ਨੂੰ ਇਸ ਗੱਲ ਦਾ ਬੋਧ ਨਹੀਂ, ਉਹ ਸਮਝਦੀ ਹੈ ਪੁੱਤ ਵੱਡਾ ਹੋ ਰਿਹਾ, ਪਰ ਇਹ ਨਹੀਂ ਜਾਣਦੀ ਕਿ ਦਿਨ ਦਿਨ ਕਰਕੇ, ਪਲ ਪਲ ਕਰਕੇ ਦੀ ਅਵਧ, ਇਹਦੀ ਉਮਰ ਘਟ ਰਹੀ ਹੈ। ਭਗਤ ਰਵਿਦਾਸ ਜੀ ਮਹਾਰਾਜ ਕਬੀਰ ਜੀ ਦੇ ਸਮਕਾਲੀ ਨੇ। ਇੱਕੋ ਸ਼ਹਿਰ ਬਨਾਰਸ ਵਿੱਚ ਜਿੱਥੇ ਕਬੀਰ ਜੀ ਰਹਿੰਦੇ ਨੇ, ਉੱਥੇ ਰਵਿਦਾਸ ਜੀ ਵੀ ਰਹਿੰਦੇ ਨੇ। ਕਬੀਰ ਜੀ ਦੀ ਬਾਣੀ ਪੜ੍ਹੀਏ ਤੇ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਪੜ੍ਹੀਏ, ਦੋਨਾਂ ਵਿੱਚ ਬਹੁਤ ਸਾਰੇ ਸ਼ਬਦਾਂ ਵਿੱਚ ਸਮਾਨਤਾ ਹੈ, ਬਹੁਤ ਸਾਰੀ ਸਮਾਨਤਾ, ਜਿੱਥੋਂ ਪਤਾ ਲੱਗਦਾ ਕਿ ਦੋਨਾਂ ਵਿੱਚ ਕਿਤੇ ਗਹਿਰੀ ਪ੍ਰੀਤ ਸੀ, ਆਪਸੀ ਚਰਚਾ ਵੀ ਹੁੰਦੀ ਰਹੀ ਹੋਵੇਗੀ। ਤਦੇ ਦੋਨਾਂ ਦੇ ਸ਼ਬਦਾਂ ਵਿੱਚ ਕਈ ਥਾਵਾਂ ਤੇ ਬਹੁਤ ਸਾਰੇ ਸ਼ਬਦ ਬਿਲਕੁਲ ਸਮਾਨ ਹੀ ਮਿਲਦੇ ਨੇ। ਤੋ ਕਬੀਰ ਜੀ ਮਹਾਰਾਜ ਜੀ ਨੇ ਜੋ ਕਿਹਾ, ਇੱਥੇ ਰਵਿਦਾਸ ਜੀ ਮਹਾਰਾਜ ਜੀ ਵੀ ਉਹੀ ਕਹਿ ਰਹੇ ਨੇ ਕਿ ਜਿਵੇਂ ਦਿਨ ਆਉਂਦਾ, ਜਿਹੜਾ ਦਿਨ ਆਇਆ ਸੋ ਦਿਨ ਜਾਹੀ, ਉਹ ਦਿਨ ਚਲਾ ਜਾਂਦਾ ਹੈ। ਕਰਨਾ ਕੂਚ ਰਹਿਨ ਥਿਰ ਨਾਹੀ। ਇਸੇ ਤਰ੍ਹਾਂ ਕਹਿੰਦੇ ਹੈ ਭਾਈ, ਜਿਵੇਂ ਦਿਨ ਆਇਆ ਤੇ ਚਲਾ ਗਿਆ, ਤਿਵੇਂ ਤੂੰ ਆਇਆ ਤੇ ਤੂੰ ਵੀ ਇਸ ਸੰਸਾਰ ਤੋਂ ਕੂਚ ਕਰਨਾ ਹੈ। ਜੇ ਆਇਆ ਹੈ ਤਾਂ ਉੱਠ ਕੇ ਜਾਣਾ ਵੀ ਹੈ। ਮਹਾਰਾਜ ਜੀ ਦੇ ਬਚਨ ਨੇ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੂ ਵਾਹ। ਜੇ ਆਇਆ ਹੈ ਤੇ ਚੱਲਣਾ ਵੀ ਹੈ, ਉੱਠ ਕੇ ਸੰਸਾਰ ਤੋਂ ਜਾਣਾ ਵੀ ਹੈ। ਇਹੀ ਸੱਚ ਹੈ, ਕਰਨਾ ਕੂਚ, ਇਹ ਸੰਸਾਰ ਤੋਂ ਕੂਚ ਕਰ ਜਾਣਾ। ਰਹਿਣ ਥਿਰ ਨਾਹੀ, ਇਹ ਸੰਸਾਰ ਦੇ ਵਿੱਚ ਰਹਿਣਾ ਥਿਰ ਨਹੀਂ, ਕਿਸੇ ਦਾ ਵੀ ਥਿਰ ਨਹੀਂ, ਕੋਈ ਵੀ ਥਿਰ ਨਹੀਂ। ਵੱਡੇ ਵੱਡੇ ਰਾਜੇ, ਵੱਡੇ ਵੱਡੇ ਦਾਤੇ, ਵੱਡੇ ਤੋਂ ਵੱਡੇ ਅਵਤਾਰ ਵੀ ਇਸ ਸੰਸਾਰ 'ਚ ਥਿਰ ਨਹੀਂ ਰਹੇ। ਸੇਖ ਹਯਾਤੀ, ਥਿਰ ਨਾ ਕੋਈ ਜਗ ਰਿਹਾ।
ਕੋਈ ਵੀ ਥਿਰ ਨਹੀਂ। ਜਿਤਨੇ ਸ਼ੇਖ ਮਸਾਇਕ ਹਾਜੀ ਸਭ ਇਹ ਸੰਸਾਰ ਤੋਂ ਚਲੇ ਗਏ। ਇਹੀ ਇਹ ਸੰਸਾਰ ਦਾ ਸੱਚ ਹੈ। बड़े बड़े छत्र धारी, छत्र ही की छाया कई कोस लो चलत हैं। मान से महीप और दलीप कैसे छत्रधारी, भोग भोग भूम अंत भूम में मिलए हैं। बड़े बड़े राजे, राजा मान धाता इतना बली ते बलवान राजा सी, कहंदे जदों रथ लैके निकलिया ਇਹਦੇ ਰੱਥ ਦੇ ਪਹੀਏ ਇਤਨੇ ਵਿਸ਼ਾਲ ਸੀ ਕਿ ਜਦੋਂ ਜ਼ਮੀਨ ਦੇ ਵਿੱਚ ਉਹਨਾਂ ਰੱਥ ਦੇ ਪਹੀਆਂ ਨਾਲ ਦਰਾੜਾਂ ਪਈਆਂ, ਉਹਨਾਂ ਦਰਾੜਾਂ ਦੇ 7 ਸਮੁੰਦਰ ਬਣ ਗਏ। ਪੰਡਤ ਗੁਲਾਬ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਜਿਨ ਕੇ ਰਥ ਨੇਮ ਦਰਾਰਨ ਤੇ 7 ਸਾਗਰ ਹੈ ਅਬਲੋ ਜਗ ਮਾਹੀ। ਜਿਹਦੇ ਰੱਥ ਦੇ ਪਹੀਆਂ ਨਾਲ 7 ਸਮੁੰਦਰ ਬਣ ਗਏ ਸੰਸਾਰ 'ਚ। ਜਿਨ ਸੈਲ ਬਟੋਰ ਧਰੇ ਖਿਨ ਮੈਂ, ਇੱਕ ਰਾਜਾ ਪ੍ਰਿਥੂ ਹੋਇਆ ਇਤਨਾ ਵਿਸ਼ਾਲ ਤੇ ਵੱਡਾ ਕਾਇਆ ਵਾਲਾ ਕਿ ਜਿੰਨੇ ਪਹਾੜ ਸੀ ਪਹਿਲਾਂ ਧਰਤੀ ਤੇ ਖਿੰਡੇ ਹੋਏ ਸਨ, ਉਹਨੇ ਆਪਣੇ ਤੀਰ ਦੀ ਨੋਕ ਦੇ ਨਾਲ ਸਾਰੇ ਪਹਾੜ ਇਕੱਠੇ ਕਰਕੇ ਹਿਮਾਲਿਆ 'ਚ ਪਰੇ ਰੱਖ ਦਿੱਤੇ। ਕਿਤਨੇ ਕਿਤਨੇ ਬਲੀ ਰਾਜੇ ਹੋਣਗੇ, ਰਾਜੇ ਦਲੀਪ ਵਰਗੇ, ਰਾਜੇ ਕਲਿੰਜਰ ਵਰਗੇ, बड़े बड़े महान राजे, बड़े बड़े राजे ये संसार च आए पर थिर नहीं रहे, चले गए। हे सजना, ते जे ओ थिर नहीं रहे ते तू किथे थिर रहेगा। जे ये शरीर थिर नहीं, जन्म तो लैके हुण तक इस शरीर च बहुत कुछ घट गया, बहुत कुछ बिनसिया, बहुत कुछ पैदा होया। पल पल करके सकिंट सकिंट मिंट मिंट विच इह शरीर च उत्पत्ति ते नाश हो रहा है। कितने खून दे सैल ने पल पल बाद जमदे ने, पल पल बाद मरदे ने। कितनियां मांसपेशियां ने शरीर दियां बनदियां ने, टैंदियां ने। अखीर तक चलदियां चलदियां अखां दी रोशनी घट जांदी है, कन्नां दी सुणन शक्ति घट जांदी है, हत्थां दा बल, पैरां दा बल घट जांदा है, ते नाल जन्मिया ये शरीर भी जे नाल नहीं निभदा ते फिर क्यों भाई अपने मन विच इहदे प्रति ममता रखदा। गरीब नवाज साहब कहंदे भाई ये संसार तो तू कूच कर जाना है, करना कूच, रहन थिर नाही। ये संसार च रहना थिर नहीं, क्योंकि इत्थे बड़े बड़े आए चले गए। राम गयो रावण गयो, जाको बहु परवार, कहो नानक थिर कछ नहीं, सुपने ज्यों संसार। कुछ भी तो थिर नहीं, कहो नानक थिर कछ नहीं, सुपने ज्यों संसार। ये संसार है ही सुपने बत, ਇਹਦੇ ਚ ਕੁਝ ਵੀ ਥਿਰ ਨਹੀਂ। संग चलत है हम भी चलना। ਸੰਗੀ ਚਲੇ ਗਏ ਹਨ, ਕਿਤਨੇ ਸਾਥੀ ਨੇ ਜਿਹੜੇ ਵੇਖਦਿਆਂ ਚਲੇ ਗਏ। ਇਹਨਾਂ ਅੱਖਾਂ ਨਾਲ ਵੇਖਦਿਆਂ ਜਾਂਦੇ ਵੇਖੇ ਨੇ ਬੜੇ ਸੰਗੀ। ਕਦੇ ਕੋਈ ਪੁਰਾਣੀਆਂ ਤਸਵੀਰਾਂ ਬੈਠਣ ਵੇਖੋ, ਕੋਈ ਐਲਬਮ ਵੇਖੋ, ਜਾਂ ਕਿਤੇ ਵਿਆਹ ਸ਼ਾਦੀਆਂ ਦੀਆਂ ਮੂਵੀਆਂ ਆਪਣੀਆਂ ਪੁਰਾਣੀਆਂ ਬਹਿ ਕੇ ਵੇਖਣ ਦਾ ਜਦੋਂ ਮੌਕਾ ਮਿਲਦਾ ਤਾਂ ਵੇਖੋ ਕਿਤਨੇ ਨੇ। ਉਹਦੇ ਵਿੱਚ ਵੇਖਦਿਆਂ ਤੁਹਾਨੂੰ ਮਹਿਸੂਸ ਹੋਵੇਗਾ ਵੀ ਕਿੰਨੇ ਹੀ ਚਲੇ ਗਏ ਨੇ। ਇਹ ਸੱਜਣ ਵੀ ਚਲਾ ਗਿਆ, ਇਹ ਸੰਬੰਧੀ ਵੀ ਚਲਾ ਗਿਆ, ਇਹ ਵੀ ਚਲਾ ਗਿਆ। शायद गिनती करनी भी औखी हो जाए, जदों जन्म तो लैके हुण तक दे कितने साथी, कितने मित्र, कितने संबंधी जे असीं उन्हां नूं सिमरती च लिया के चेते करना चाहिए ते शायद वो सारे सिमरती विच ना आउण, चले गए। महाराज जी कहंदे संगी चले गए ने, चले असीं भी जाना।
ਸੰਗ ਚਲਤ ਹੈ ਹਮ ਭੀ ਚਲਨਾ। ਅਸੀਂ ਵੀ ਤਾਂ ਜਾਣਾ, ਅਸੀਂ ਕਿਹੜਾ ਇਸ ਸੰਸਾਰ 'ਚ ਬਹਿ ਰਹਿਣਾ। ਬੰਦੇ ਨੂੰ ਭੁਲੇਖਾ ਹੈ ਕਿ ਮੈਂ ਕਦੇ ਮਰਨਾ ਹੀ ਨਹੀਂ, ਪਰ ਜਦੋਂ ਮਰਦਾ ਹੈ ਇਉਂ ਲੱਗਦਾ ਕਦੇ ਜੰਮਿਆ ਹੀ ਨਾ ਹੋਵੇ, ਇਹਦਾ ਜਨਮ ਹੀ ਨਾ ਹੋਇਆ ਹੋਵੇ। ਸੰਗੀ ਚਲੇ ਗਏ ਨੇ, ਪਾਤਸ਼ਾਹ ਕਹਿੰਦੇ ਚਲੇ ਅਸੀਂ ਵੀ ਜਾਣਾ ਹੈ। ਦੂਰ ਗਵਨ ਸਿਰ ਉੱਪਰ ਮਰਨਾ। ਪਾਤਸ਼ਾਹ ਕਹਿੰਦੇ ਬੰਦਾ ਸੋਚਦਾ ਹੈ ਕਿ ਮੌਤ ਹਾਲੇ ਬੜੀ ਦੂਰ ਹੈ, ਇਸ ਭਰਮ ਵਿੱਚ ਭੁਲੇਖੇ 'ਚ ਜੀਵਦਾ ਕਿ ਮੌਤ ਬਹੁਤ ਦੂਰ ਹੈ। ਪਰ ਪਾਤਸ਼ਾਹ ਕਹਿੰਦੇ ਮੌਤ ਤਾਂ ਸਿਰ ਉੱਤੇ ਮੰਡਰਾ ਰਹੀ, ਸਿਰ ਉੱਪਰ ਮਰਨਾ। ਮੌਤ ਤਾਂ ਕਾਲ ਤਾਂ ਸਿਰ ਦੇ ਉੱਤੇ ਝੰਗਾੜ ਰਿਹਾ। ਇਹ ਸਮਝਦਾ ਮੌਤ ਬਹੁਤ ਦੂਰ ਹੈ, ਐਸਾ ਨਹੀਂ। ਫਿਰ ਉਹ ਪੈਂਡਾ ਬੜਾ ਲੰਮਾ ਸਮਝਦਾ ਵੀ ਮੌਤ ਤਾਂ ਬੜੀ ਦੂਰ ਹੈ। ਕਈਆਂ ਦੇ ਦਿਲਾਂ ਵਿੱਚ ਅੱਜ ਇਹ ਭਰਮ ਪੈ ਜਾਣਾ ਜੀ ਅੱਜ ਹੁਕਮਨਾਮਾ ਮਰਨ ਮਰਾਣ ਵਾਲਾ ਆਇਆ, ਬੜਾ ਕਰੜਾ ਹੈ। ਕਈਆਂ ਨੇ ਇਹ ਭਰਮ 'ਚ ਅੱਜ ਸਾਰਾ ਦਿਨ ਕੱਟਣਾ, ਇਸ ਚਿੰਤਾ ਵਿੱਚ ਹੀ ਸਾਰਾ ਦਿਨ ਕੱਟਣਾ। ਰੱਬ ਸੁੱਖ ਰੱਖੇ, ਅੱਜ ਮੌਤ ਦੀ ਗੱਲ ਹੋਈ ਹੈ ਸਵੇਰੇ। ਅੱਜ ਹੁਕਮਨਾਮਾ ਸਵੇਰੇ ਮਹਾਰਾਜ ਜੀ ਨੇ ਬੜਾ ਕਰੜਾ ਦਿੱਤਾ, ਤੇ ਜੇ ਕਿਤੇ ਆ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੇ ਫਿਰ ਕਹਿੰਦੇ ਜੀ ਅੱਜ ਬੜਾ ਵਧੀਆ ਹੁਕਮਨਾਮਾ ਆਇਆ। ਸਾਹਿਬ ਜੀ ਦੀ ਸਾਰੀ ਬਾਣੀ ਵਧੀਆ ਭਾਈ, ਇਹ ਸਾਡੀ ਮਾਨਸਿਕਤਾ ਦੇ ਉੱਤੇ ਨਿਰਭਰ ਹੈ ਵੀ ਅਸੀਂ ਕਿਸ ਨੂੰ ਵਧੀਆ ਮੰਨ ਲਿਆ ਤੇ ਕਿਸੇ ਨੂੰ ਘਟੀਆ ਕਹਿ ਦਿੱਤਾ। ਇਹ ਸਾਡੀ ਮਾਨਸਿਕਤਾ ਨੀਚ ਮਾਨਸਿਕਤਾ ਹੈ। ਪਾਤਸ਼ਾਹ ਤਾਂ ਸੋਝੀ ਦਿੰਦੇ, ਸੱਚ ਦਾ ਆਇਨਾ ਸਾਹਮਣੇ ਰੱਖ ਰਹੇ ਨੇ, ਸ਼ੀਸ਼ਾ ਵਿਖਾ ਰਹੇ ਨੇ ਵੀ ਆਹ ਸੱਚ ਹੈ, ਤੂੰ ਕਿਹੜੇ ਭਰਮ 'ਚ ਟੁਰਿਆ ਫਿਰਦਾ, ਕਿਹੜੇ ਭੁਲੇਖੇ 'ਚ। ਤੁਰੇ ਜਾਂਦੇ ਨੂੰ ਅਚਾਨਕ ਕਿਤੇ ਲੱਕੜੀਆਂ ਦਾ ਢੇਰ ਮਿਲ ਜਾਏ ਨਾ ਕਿਸੇ ਦੇ ਸਿਰ ਤੇ ਚੁੱਕਿਆ, ਤੇ ਇਹਦੇ ਮਨ 'ਚ ਭਰਮ ਪੈ ਜਾਂਦਾ ਰੱਬ ਸੁੱਖ ਰੱਖੇ, ਲੱਕੜਾਂ ਦਾ ਢੇਰ ਲੈ ਕੇ ਮਾਈ ਮਿਲੀ ਰਸਤੇ 'ਚ। ਤੇ ਜੇ ਕਿਤੇ ਪਾਣੀ ਦਾ ਘੜਾ ਭਰਿਆ ਦਿਸ ਜਾਏ ਤੇ ਫਿਰ ਕਹਿੰਦਾ ਜੀ ਸ਼ੁਭ ਹੈ। ਵੀ ਜੇ ਉਹ ਭਰਿਆ ਸ਼ੁਭ ਹੈ ਤੇ ਫਿਰ ਭਰੀ ਹੋਈ ਲੱਕੜਾਂ ਦੀ ਪੰਡ ਸ਼ੁਭ ਕਿਉਂ ਨਹੀਂ ਹੈ? ਲੱਕੜਾਂ ਵੇਖ ਕੇ ਇਹਨੂੰ ਮੌਤ ਚੇਤੇ ਆ ਜਾਂਦੀ ਹੈ ਵੀ ਇਹਦੇ ਵਿੱਚ ਸੜਨਾ, ਇਹਨੂੰ ਤਾਂ ਲੱਗਦਾ ਵੀ ਇਹ ਅਸ਼ੁਭ ਹੈ। ਪਾਣੀ ਵੇਖ ਕੇ ਇਹਨੂੰ ਜਿੰਦ ਮਹਿਸੂਸ ਹੁੰਦੀ ਹੈ ਤੇ ਕਹਿੰਦਾ ਜੀ ਇਹ ਸ਼ੁਭ ਹੈ। ਇਹ ਸ਼ੁਭ ਅਸ਼ੁਭ ਵੀ ਮਨੁੱਖ ਨੇ ਆਪਣੀ ਸਹੂਲਤ ਮੁਤਾਬਕ ਬਣਾਇਆ ਹੋਇਆ। ਜਿਹੋ ਜਿਹੇ ਨੂੰ ਸਹੂਲਤ ਚੰਗੀ ਲੱਗਦੀ ਉਹਦੇ ਮੁਤਾਬਕ ਸ਼ੁਭ ਸ਼ੁਭ ਬਣਾ ਲਿਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸੱਜਣਾ, ਤੂੰ ਸੋਚਦਾ ਮੌਤ ਬੜੀ ਦੂਰ ਹੈ, ਪਰ ਸੱਚ ਇਹ ਹੈ ਵੀ ਇਹ ਤੇਰੇ ਸਿਰ ਦੇ ਉੱਤੇ। ਜਦੋਂ ਕਿਤੇ ਮਹਾਂਪੁਰਸ਼ ਕਹਿੰਦੇ ਵੀ ਦਾੜੇ ਵਿੱਚ ਜਾਂ ਕੇਸਾਂ 'ਚ ਕੇਸ ਚਿੱਟੇ ਆ ਜਾਣ ਨਾ, ਤਾਂ ਇਹ ਸਮਝ ਲਓ ਵੀ ਪਰਮੇਸ਼ਰ ਦੇ ਸੱਦੜੇ ਨਿਤ ਪਵਨ ਸ਼ੁਰੂ ਹੋ ਗਏ ਨੇ। ਸੱਦੜੇ ਨਿਤ ਪਵਨ, ਵੀ ਇਹ ਸੱਦੜੇ ਸ਼ੁਰੂ ਹੋ ਗਏ ਨੇ ਪ੍ਰਮਾਤਮਾ ਦੇ ਵੀ ਤੈਨੂੰ ਹੁਣ ਮੈਂ ਸੱਦ ਲੈਣਾ, ਸੱਜਣਾ ਭਜਨ ਕਰ ਲੈ। ਪਰ ਇਹ ਕਹਿੰਦਾ ਵੀ ਚਿੱਟੇ ਕਿਸੇ ਨੂੰ ਦਿਸਣ ਨਾ, ਇਹਨਾਂ ਚਿੱਟਿਆਂ ਨੂੰ ਕਾਲੇ ਬਣਾਉਣ ਦਾ ਯਤਨ ਕਰੀਏ। ਮੈਨੂੰ ਇੱਕ ਸੱਜਣ ਕਹਿਣ ਲੱਗਾ, ਗਿਆਨੀ ਜੀ ਦਾੜੇ 'ਚ ਕੇਸ ਚਿੱਟੇ ਆਉਣੇ ਸ਼ੁਰੂ ਹੋ ਗਏ ਆ। ਮੈਂ ਆਖਿਆ, ਕਹਿੰਦਾ ਸੱਦਾ ਆ ਗਿਆ ਸੱਦਾ। ਮੈਂ ਆਖਿਆ ਤਿਆਰੀ ਹੈ, ਜਦੋਂ ਪਰਮੇਸ਼ਰ ਸੱਦ ਲਵੇ ਉਹਦੀ ਖੇਡ ਹੈ, ਉਹਦਾ ਹੁਕਮ ਹੈ। ਇਹ ਤਾਂ ਤਿਆਰੀ ਕਰਕੇ ਰੱਖਣੀ ਚਾਹੀਏ। ਹਰ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਪੜ੍ਹ ਕੇ ਮਨ 'ਚ ਭਾਵ ਹੋਵੇ, ਵਾਹਿਗੁਰੂ ਮੈਂ ਸੁਰਖਰੂ ਹੋ ਕੇ ਸਵਣ ਲੱਗਾ, ਤੇਰੀ ਰਜਾ ਹੋਵੇ ਤਾਂ ਅੰਮ੍ਰਿਤ ਵੇਲੇ ਜਗਾ ਦੇਈਂ, ਜੇ ਸਵਾਸਾਂ ਦੀ ਡੋਰੀ ਸੰਪੂਰਨ ਹੈ ਤੇ ਚਰਨਾਂ 'ਚ ਦਵਾਸ ਬਖਸ਼ੀ। ਸੱਦੜੇ ਨਿਤ ਪਵਨ, ਪਰਮੇਸ਼ਰ ਦੇ ਸੱਦੜੇ ਤਾਂ ਨੇਤੀ ਆਉਂਦੇ ਐ। ਨੇਤੀ ਕੋਈ ਨਾ ਕੋਈ ਘਟਨਾ ਕਿਤੇ ਨਾ ਕਿਤੇ ਘਟਦੀ ਹੈ। ਅਸੀਂ ਆਪਣੀ ਸੁਰਤੀ ਨੂੰ ਇਤਨਾ ਸਥੂਲ ਤੇ ਪਦਾਰਥਵਾਦੀ ਬਣਾ ਲਿਆ ਕਿ ਸੂਖਮ ਬਿਰਤੀ ਦੇ ਨਾਲ ਕਦੇ ਵੇਖਣ ਤੇ ਮਹਿਸੂਸ ਕਰਨ ਦਾ ਯਤਨ ਹੀ ਨਹੀਂ ਕੀਤਾ, ਇਹ ਜਾਣਨ ਦਾ ਹੀ ਯਤਨ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਭਾਈ
ਸਭਨਾ ਮਰਣਾ ਆਇਆ, ਵਿਛੋੜਾ ਸਭਨਾ। ਇਹ ਤਾਂ ਸੱਚ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮੌਤ ਲਿਖਾ ਕੇ ਤਾਂ ਜਨਮ ਬਾਅਦ ਵਿੱਚ ਹੋਇਆ। ਪਹਿਲਾਂ ਉਹ ਦਿਨ ਪਰਮੇਸ਼ਰ ਨੇ ਵਿਧਾਤੇ ਨੇ ਮੁਕਰਰ ਕੀਤਾ ਕਿ ਫਲਾਣੇ ਦਿਨ, ਫਲਾਣੇ ਵਾਰ, ਫਲਾਣੇ ਸਮੇਂ ਤੈਂ ਆਪਣੇ ਇਸ ਸਰੀਰ ਨੂੰ ਤਿਆਗ ਕੇ ਮੇਰੇ ਪਾਸ ਆਉਣਾ। ਉਹ ਦਿਨ ਲਿਖ ਕੇ ਫਿਰ ਬਾਅਦ ਵਿੱਚ ਪਰਮੇਸ਼ਰ ਨੇ ਜਨਮ ਦਿੱਤਾ। ਤੇ ਪਾਤਸ਼ਾਹ ਕਹਿੰਦੇ ਤੂੰ ਕਿਸ ਭਰਮ ਚ ਟੁਰਿਆ ਫਿਰਦਾ ਵੀ ਮੌਤ ਦੂਰ ਹੈ। ਬੰਦੇ ਨੂੰ ਜਾਪਦਾ ਵੀ ਮੇਰੀ ਜ਼ਿੰਦਗੀ ਲੰਮੀ ਹੈ। ਇੱਕ ਮੱਛਰ ਦੀ ਜ਼ਿੰਦਗੀ 72 ਘੰਟੇ ਦੀ ਹੁੰਦੀ ਹੈ। 72 ਘੰਟਿਆਂ ਵਿੱਚ ਉਹ ਮੱਛਰ ਜੰਮਦਾ ਹੈ, ਜਵਾਨ ਹੁੰਦਾ ਹੈ, ਬਚਪਨ ਵੀ ਬਤੀਤ ਕਰਦਾ ਹੈ ਤੇ ਬੁੱਢਾ ਹੋ ਕੇ ਮਰ ਜਾਂਦਾ। ਉਹਨੂੰ ਉਹ 72 ਘੰਟੇ ਇਉਂ ਜਾਪਦੇ ਨੇ ਜਿਵੇਂ ਬੜੀ ਲੰਮੀ ਜ਼ਿੰਦਗੀ ਜੀਵੀ ਹੈ। ਬੜੇ ਜਰਾਸੀਨ ਤੇ ਬੜੇ ਜੀਵ ਜੰਤੂ ਐਸੇ ਵੀ ਨੇ ਜਿਨ੍ਹਾਂ ਦੀ ਜ਼ਿੰਦਗੀ ਇੱਕ ਇੱਕ ਦਿਨ ਦੀ ਹੈ, ਕਿਸੇ ਦੀ ਇੱਕ ਇੱਕ ਘੰਟੇ ਦੀ ਵੀ ਹੈ। ਉਹਦੇ ਚੋਂ ਜੰਮਦੇ ਨੇ, ਬਚਪਨ ਵੀ ਹੰਡਾਉਂਦੇ, ਜਵਾਨੀ ਵੀ ਹੰਡਾਉਂਦੇ ਤੇ ਬੁਢੇਪੇ ਦੇ ਵਿੱਚ ਉਹ ਸਰੀਰ ਤਿਆਗ ਵੀ ਜਾਂਦੇ। ਪਰ ਉਹਨਾਂ ਨੂੰ ਓਨਾ ਕੀ ਸਮਾਂ 1 ਘੰਟੇ ਦਾ, 2 ਘੰਟੇ ਦਾ ਇਉਂ ਪ੍ਰਤੀਤ ਹੁੰਦਾ ਵੀ ਬੜਾ ਲੰਮਾ ਸਮਾਂ, ਬੜੀ ਲੰਮੀ ਜ਼ਿੰਦਗੀ। ਮਨੁੱਖ ਨੂੰ ਵੀ ਜੇ ਕਿਤੇ 50-60 ਸਾਲ ਦੀ ਉਮਰਾਂ ਮਿਲੀ ਹੈ, ਇੱਥੋਂ ਤੱਕ ਹੀ ਅੱਜ ਕੱਲ ਤਾਂ, ਤੇ ਉਸ ਉਮਰ ਨੂੰ ਵੀ ਇਹ ਸਮਝਦਾ ਬੜੀ ਲੰਮੀ ਉਮਰ ਹੈ। ਪਰ ਜੇ ਕਿਤੇ ਬੀਤੇ ਸਮੇਂ ਦੀ ਗੱਲ ਕਰੀਏ, ਜਿੰਨਾ ਕੁ ਹੁਣ ਤਾਈਂ ਅਸੀਂ ਬਤੀਤ ਕਰ ਬੈਠੇ ਆਂ, ਤੇ ਇਉਂ ਪ੍ਰਤੀਤ ਹੁੰਦਾ ਵੀ 20 ਸਾਲ ਪਹਿਲਾਂ ਜਿਹੜੀ ਘਟਨਾ ਘਟੀ ਸੀ ਉਹ ਸਾਡੀ ਸਿਮਰਤੀ ਵਿੱਚ ਇਉਂ ਤਾਜ਼ੀ ਹੁੰਦੀ ਵੀ ਹਾਲੇ ਕੱਲ ਦੀ ਗੱਲ ਹੈ। 80 ਸਾਲ ਦੇ ਬਜ਼ੁਰਗ ਨੂੰ 85 ਸਾਲ ਦੇ ਨੂੰ ਪੁੱਛੋ ਤੇ ਉਹ ਕਹਿੰਦਾ ਹਾਲੇ ਕੱਲ ਦੀਆਂ ਗੱਲਾਂ ਨੇ, ਆ ਦੇਸ਼ ਦੀ ਵੰਡ ਹੋਈ ਸੀ, ਭਾਵੇਂ 75-76 ਸਾਲ ਬੀਤ ਗਏ ਹੋਣ। ਕਿਉਂਕਿ ਬੀਤਿਆ ਸਮਾਂ ਫਿਰ ਇਉਂ ਹੀ ਪ੍ਰਤੀਤ ਹੁੰਦਾ ਵੀ ਹਾਲੇ ਕੱਲ ਦੀ ਬਾਤ ਹੈ। ਤੋ ਜੀਵਨ ਮਨੁੱਖ ਨੂੰ ਇਉਂ ਪ੍ਰਤੀਤ ਹੁੰਦਾ ਵੀ ਬੜਾ ਲੰਮਾ ਹੈ, ਪਰ ਇਹ ਲੰਬਾ ਨਹੀਂ ਹੈ। ਸਾਡੇ ਨਾਲੋਂ ਲੰਮੇ ਜੀਵਨ ਵਾਲੇ ਕਿਤਨੇ ਜੀਵ ਜੰਤੂ ਨੇ। ਪੱਥਰ ਦੀ ਕਿਤਨੀ ਲੰਮੀ ਜ਼ਿੰਦਗੀ ਹੁੰਦੀ ਹੋਵੇਗੀ, ਪਰ ਉਹ ਵੀ ਨਸ਼ਵਰ ਹੈ, ਉਹ ਵੀ ਬਿਨ ਸਜਾਣ ਵਾਲਾ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਤੂੰ ਮੌਤ ਨੂੰ ਦੂਰ ਸਮਝਦਾ ਹੈ, ਮੌਤ ਤੇਰੇ ਸਿਰ ਦੇ ਉੱਤੇ ਮੰਡਰਾ ਰਹੀ ਹੈ। ਕਿਆ ਤੂੰ ਸੋਇਆ ਜਾਗ ਇਆਨਾ। ਹੇ ਪ੍ਰਭੂ ਪਾਤਸ਼ਾਹ ਜਗਾਉਂਦੇ ਆ ਸਨ, ਕਿਆ ਤੂੰ ਸੋਇਆ ਜਾਗ ਇਆਨਾ। ਇਆਣਿਆ ਉਹ ਨਾ ਸਮਝਾ, ਉਹ ਬੇਸਮਝਾ ਜਾਗ, ਕਿੱਥੇ ਗੂੜੀ ਨੀਂਦ ਕਿ ਸੁੱਤਾ ਪਿਆ। ਭਗਤ ਰਵਿਦਾਸ ਜੀ ਸਾਨੂੰ ਜਗਾਉਂਦੇ ਹਲੂਣਾ ਦੇ ਕੇ। ਜਗਾਉਣ ਵਾਲੇ ਗੁਰੂ ਖਾਲਸਾ ਜੀ ਬਿਰਲੇ ਹੁੰਦੇ ਐ, ਨਹੀਂ ਤਾਂ ਬਹੁਤੇ ਕਹਿੰਦੇ ਸੁੱਤੀ ਰਹੇ ਦੁਨੀਆ ਇਹ ਕਦੇ ਜਾਗਣ ਹੀ ਨਾ। ਤੇ ਜਗਾਉਣ ਵਾਲਿਆਂ ਦਾ ਵਿਰੋਧ ਵੀ ਹੁੰਦਾ ਸੰਸਾਰ 'ਚ, ਉਹਨਾਂ ਦੀ ਲੋਕ ਆਲੋਚਨਾ ਵੀ ਕਰਦੇ ਆ ਜਿਹੜੇ ਜਗਾਉਂਦੇ ਆ। ਪਾਤਸ਼ਾਹ ਕਹਿੰਦੇ ਕਿੱਥੇ ਗੂੜੀ ਗਫਲਤ ਦੀ ਨੀਂਦ ਕਿ ਸੁੱਤਾ ਪਿਆ, ਜਾਗ ਓਏ ਸੱਜਣਾ ਜਾਗ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਕਿੱਥੇ ਗਫਲਤ ਦੀ ਗੂੜੀ ਨੀਂਦ 'ਚ ਸੁੱਤਾ ਪਿਆ ਸੱਜਣਾ ਜਾਗ। ਕਿਆ ਤੂੰ ਸੋਇਆ ਜਾਗ ਇਆਨਾ। ਨਾ ਸਮਝੀ ਦੀ ਗਫਲਤ ਦੀ ਨੀਂਦ ਕਿ ਸੁੱਤਾ ਪਿਆ, ਜਾਗ ਤੇ ਜਾਗ ਕੇ ਵੇਖ ਵੀ ਸੱਚ ਕੀ ਹੈ। ਉਦੋਂ ਜਾਗੇਗਾ ਨਾ ਜਦੋਂ ਸੱਚ ਵੇਖੇਗਾ। ਉਦੋਂ ਕਹਿੰਦੇ ਅੱਖਾਂ ਖੁੱਲ ਗਈਆਂ, ਹੁਣ ਸੱਚ ਵੇਖਿਆ। ਵੀ ਪਹਿਲਾਂ ਮਿਚੀਆਂ ਹੋਈਆਂ ਸੀ, ਖੁੱਲੀਆਂ ਤਾਂ ਪਹਿਲਾਂ ਵੀ ਸੀ। ਯਾਨੀ ਕਿ ਉਹ ਅੱਖਾਂ ਖੁੱਲ ਗਈਆਂ ਨੇ ਜਿਹੜੀਆਂ ਜਾਗਣ ਵਾਲੀਆਂ ਅੱਖਾਂ ਨੇ। ਹੁਣ ਅੱਖਾਂ ਖੁੱਲ ਗਈਆਂ ਨੇ, ਅਸੀਂ ਵੇਖ ਲਿਆ ਇਹ ਸਭ ਸੱਚ। ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ ਸੱਚ ਤੈਨੂੰ ਪਹਿਲੀਆਂ ਪੰਕਤੀਆਂ 'ਚ ਉੱਤੇ ਦੱਸ ਦਿੱਤਾ ਵੀ ਇਹ ਸੱਚ ਹੈ, ਤੇ ਹੁਣ ਇਹਨਾਂ ਇਸ ਸੱਚ ਨੂੰ ਵੇਖ ਕੇ ਅੱਖਾਂ ਖੋਲ ਤੇ ਜਾਗਣਾ ਕਰ। ਤੈ ਜੀਵਨ ਜਗ ਸੱਚ ਕਰ ਜਾਨਾ। ਸਜਣਾ ਤੂੰ ਆਪਣੇ ਇਸ ਜੀਵਨ ਨੂੰ ਸੱਚ ਕਰਕੇ ਸਮਝੀ ਬੈਠਾ, ਇਹ ਸੱਚ ਨਹੀਂ। ਇਸ ਜੀਵਨ ਨੂੰ ਸੱਚ ਨਾ ਸਮਝ,
ਇਸ ਜੀਵਨ ਵਿੱਚ ਜਿਸ ਪ੍ਰਮਾਤਮਾ ਦੀ ਰੌਂ ਚੱਲ ਰਹੀ ਹੈ ਉਹਨੂੰ ਸੱਚ ਸਮਝ। ਜਿਸ ਦੇ ਆਸ਼ਰਿਤ ਤੇ ਜੀਵਨ ਚੱਲ ਰਿਹਾ ਹੈ ਉਹ ਸੱਚ ਹੈ, ਇਹ ਜੀਵਨ ਸੱਚ ਨਹੀਂ ਹੈ। ਜਿਸ ਦੇ ਆਸ਼ਰਿਤ ਚੱਲ ਰਿਹਾ, ਜਿਹਨੂੰ ਅਸੀਂ ਆਤਮਾ ਕਹਿੰਦੇ ਆ, ਪਾਤਸ਼ਾਹ ਕਹਿੰਦੇ ਉਹ ਆਤਮਾ ਸੱਤ ਹੈ। ਜਿਹਨੂੰ ਅਸੀਂ ਚੇਤਨ ਭਾਸ ਕਹਿੰਦੇ ਆ, ਜਿਹਨੂੰ ਅਸੀਂ ਚਿਰਾਕਾਸ਼ ਕਹਿੰਦੇ ਆ, ਉਹ ਸੱਤ ਹੈ। ਔਰ ਇਹ ਜੀਵਨ ਨੂੰ ਤੂੰ ਸੱਚ ਕਰਕੇ ਸਮਝੀ ਬੈਠਾ ਹੈ। ਜਾਗ ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ। ਬੰਦਾ ਫਿਕਰ ਵਿੱਚ ਹੈ। ਮਹਾਰਾਜ ਜੀ ਫਿਕਰ ਕੱਢਦੇ ਸਾਡੇ ਮਨ ਦਾ। ਕਹਿੰਦੇ ਜਿਸ ਨੇ ਜੀਵਨ ਸੱਤਾ ਦਿੱਤੀ ਹੈ, ਜੀਵਨ ਰੌਂ ਦਿੱਤੀ ਹੈ, ਉਹ ਰਿਜਕ ਦੇ ਕੇ, ਰੋਜੀ ਦੇ ਕੇ ਪਾਲਣੇ ਵਾਲਾ ਹੈ। ਸੋ ਰਿਜਕ ਅੰਬਰ ਆਵੈ। ਰਿਜਕ ਦਾ ਮਤਲਬ ਹੁੰਦਾ ਪਰਮੇਸ਼ਰ ਰੋਜੀ ਦੇ ਕੇ ਸਭ ਨੂੰ ਪਾਲਦਾ। ਪਾਣੀ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਰੋਜੀ ਦਾ ਪ੍ਰਬੰਧ ਉੱਥੇ ਕੀਤਾ। ਪੱਥਰ ਵਿੱਚ ਜੀਵ ਪੈਦਾ ਕਰਕੇ ਉਹਨਾਂ ਦੀ ਰੋਜੀ ਦਾ ਪ੍ਰਬੰਧ ਪਰਮੇਸ਼ਰ ਨੇ ਕੀਤਾ। ਹਾਂਜੀ। ਸਭ ਘਾਟ ਭੀਤਰ ਹਾਟ ਚਲਾਵੈ। ਜਿਤਨੇ ਸੰਸਾਰ ਦੇ ਘਾਟ ਨੇ, ਸਰਬ ਘਾਟਾਂ ਵਿੱਚ ਪਰਮੇਸ਼ਰ ਨੇ ਆਪਣਾ ਹੱਟ ਚਲਾਇਆ ਹੋਇਆ। ਸਭ ਘਟ ਭੀਤਰ ਹਾਟ ਚਲਾਵੈ। ਉਹਦੀ ਦੁਕਾਨ ਸਰਬ ਘਾਟਾਂ 'ਚ। ਸਾਨੂੰ ਜੋ ਚਾਹੀਦਾ ਉਹਦੀ ਦੁਕਾਨ ਪਰਮੇਸ਼ਰ ਨੇ ਸਾਡੇ ਅੰਦਰ ਬਣਾਈ ਹੋਈ ਹੈ। ਉਹ ਦੁਕਾਨ ਕਿਹੜੀ ਗੱਲ ਹੋ ਰਹੀ? ਜਿਹੜੇ ਸਾਡੇ ਪ੍ਰਾਲਬਧ ਕਰਮ ਨੇ ਨਾ, ਉਹ ਸਾਡੀ ਦੁਕਾਨ ਹੈ। ਜਿਹੜਾ ਪਰਮੇਸ਼ਰ ਨੇ ਸਾਡੇ ਕਰਮਾਂ 'ਚ ਲਿਖਿਆ ਉਹ ਸਾਨੂੰ ਮਿਲ ਜਾਣਾ, ਉਹ ਸਾਡੇ ਅੰਦਰ ਹੀ ਲਿਖਿਆ ਹੋਇਆ ਵਿਧਾਤੇ ਨੇ। ਇਹ ਦੁਕਾਨ ਸੰਸਾਰ ਦੇ ਸਮਸਤ ਜੀਵਾਂ ਦੇ ਅੰਦਰ ਵਿਧਾਤੇ ਨੇ ਚਲਾਈ ਹੋਈ ਹੈ। ਕਰ ਬੰਦਗੀ ਛਾੜ ਮੈਂ ਮੇਰਾ। ਮਹਾਰਾਜ ਜੀ ਕਹਿੰਦੇ ਬੰਦਗੀ ਕਰ, ਮੈਂ ਮੇਰੀ ਦਾ ਭਾਵ ਛੱਡ। ਕਰ ਬੰਦਗੀ ਛਾੜ ਮੈਂ ਮੇਰਾ। ਮੈਂ ਮੇਰੀ ਦੀ ਬਿਰਤੀ ਦਾ ਤਿਆਗ ਕਰ ਔਰ ਨਿਰੰਕਾਰ ਦੀ ਬੰਦਗੀ ਕਰ, ਕਿਉਂਕਿ ਮੈਂ ਤੇ ਮੇਰੀ ਬੰਦਗੀ ਕਰਨ ਨਹੀਂ ਦਿੰਦੀ। ਜਿਹੜੀ ਮੈਂ ਮੇਰੀ ਦੀ ਬਿਰਤੀ ਹੈ ਇਹ ਬੰਦਗੀ ਵਿੱਚ ਲੱਗਣ ਨਹੀਂ ਦਿੰਦੇ। ਜਦੋਂ ਬੰਦਗੀ ਕਰਨ ਬੈਠੋ ਮੈਂ ਮੇਰੀ ਚੇਤੇ ਆਉਂਦੀ, ਫਲਾਣੀ ਵਸਤੂ ਆ ਗਈ ਚੇਤੇ, ਕਦੇ ਅਮਕੀ ਵਸਤੂ, ਕਦੇ ਕੋਈ ਰਿਸ਼ਤੇਦਾਰ, ਕਦੇ ਕੋਈ ਮਿੱਤਰ, ਕਦੇ ਕੋਈ ਭਾਈ। ਇਹ ਮੈਂ ਮੇਰੀ ਹੈ ਨਾ ਸਾਰੀ। ਤੁਸੀਂ ਪੋਥੀ ਲੈ ਕੇ ਬਹਿੰਦੇ ਹੋ, ਕਿੰਨੇ ਫੁਰਨੇ ਆਉਂਦੇ। ਉਹਨਾਂ ਫੁਰਨਿਆਂ 'ਚ ਕਦੇ ਕੋਈ ਪਦਾਰਥ, ਕਦੇ ਕੋਈ ਵਸਤੂ, ਕਦੇ ਕੋਈ ਸੱਜਣ, ਕਦੇ ਕੋਈ ਮਿੱਤਰ, ਕਦੇ ਕੋਈ ਸੰਬੰਧੀ। ਉਹ ਕਿਉਂ ਚੇਤੇ ਆਉਂਦੇ ਨੇ? ਕਿਉਂਕਿ ਮੈਂ ਮੇਰੀ ਹੈ ਉਹਨਾਂ ਨਾਲ, ਸਾਰਿਆਂ ਨਾਲ, ਵੀ ਆ ਵੀ ਮੇਰਾ, ਆ ਵੀ ਮੇਰਾ। ਜਿਹੜੀਆਂ ਚੀਜ਼ਾਂ ਨਾਲ ਸਾਡੀ ਮੈਂ ਮੇਰੀ ਨਹੀਂ, ਕਦੇ ਉਹ ਸਾਡੇ ਖਿਆਲ 'ਚ ਆਉਂਦੀਆਂ? ਜਿਸ ਵਸਤੂ ਨਾਲ ਸਾਡੀ ਮੈਂ ਮੇਰੀ ਨਹੀਂ ਹੈ, ਜਿਸ ਵਸਤੂ ਬਾਰੇ ਮੈਨੂੰ ਬੋਧ ਹੀ ਨਾ ਹੋਵੇ, ਕਿੰਨਾ ਕੁਝ ਆ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ। ਜਿਹਦੇ ਬਾਰੇ ਪਤਾ, ਜਿਹਦੇ ਨਾਲ ਮਮਤਾ ਬਣ ਗਈ, ਉਹ ਸਾਡੇ ਜ਼ਿਹਨ 'ਚ ਆਉਂਦਾ। ਜਿਹਦੇ ਬਾਰੇ ਨਹੀਂ ਪਤਾ, ਕਿ ਉਹ ਸਾਡੇ ਜ਼ਿਹਨ 'ਚ ਆਉਂਦਾ? ਨਹੀਂ ਆਉਂਦਾ ਨਾ। ਇਹਦਾ ਮਤਲਬ ਇਹ ਸਾਰਾ ਮੈਂ ਮੇਰੀ ਦੀ ਖੇਡ ਵਾਲਾ ਵਰਤਾਰਾ ਹੈ। ਜਦੋਂ ਤੱਕ ਇਹ ਹੈ ਉਦੋਂ ਤੱਕ ਬੰਦਗੀ ਨਹੀਂ ਹੁੰਦੀ। ਭਗਤ ਰਵਿਦਾਸ ਜੀ ਕਹਿੰਦੇ ਆ, ਮੈਂ ਤੇ ਮੇਰੀ ਦਾ ਭਾਵ ਛੱਡ ਕੇ ਪਰਮੇਸ਼ਰ ਦੀ ਬੰਦਗੀ ਕਰ। ਹਿਰਦੈ ਨਾਮ ਸਮਾਰ ਸਵੇਰਾ। ਔਰ ਆਪਣੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਨੂੰ ਸੰਭਾਲ। ਅਕਾਲ ਪੁਰਖ ਦੇ ਨਾਮ ਦੀ ਸੰਭਾਲਣਾ ਕਰ। ਅੰਮ੍ਰਿਤ ਵੇਲੇ ਜਾਗ ਤੇ ਨਿਰੰਕਾਰ ਦੇ ਨਾਮ ਦੀ ਆਰਾਧਨਾ ਕਰ। ਜਨਮ ਸਿਰਾਨੋ ਪੰਥ ਨਾ ਸਵਾਰਾ। ਪਾਤਸ਼ਾਹ ਕਹਿੰਦੇ ਆਪਣਾ ਜਨਮ ਬਤੀਤ ਕਰ ਦਿੱਤਾ ਹੈ, ਪਰ ਆਪਣਾ ਪੰਥ ਨਹੀਂ ਸਵਾਰਿਆ। ਜਿਹੜੇ ਰਾਹ ਚੱਲ ਕੇ ਜਾਣਾ ਉਸ ਰਾਹ ਨੂੰ ਸਵਾਰਨ ਦਾ ਯਤਨ ਨਹੀਂ ਕੀਤਾ। ਸਿਆਣੇ ਬੰਦੇ ਤਾਂ ਟੁਰੇ ਜਾਣ ਨਾ ਪੈਦਲ। ਤੇ ਮੈਂ ਬਹੁਤ ਸਾਰੇ ਬਜ਼ੁਰਗਾਂ ਨੂੰ ਵੇਖਿਆ, ਜਵਾਨਾਂ ਵਿੱਚ ਤਾਂ ਹੁਣ ਇਹ ਗੱਲ ਨਜ਼ਰ ਨਹੀਂ ਆਉਂਦੀ, ਪਰ ਮੈਂ ਬਜ਼ੁਰਗਾਂ ਦੇ ਦਰਸ਼ਨ ਕੀਤੇ ਆ, ਬਹੁਤਿਆਂ ਦੇ ਟੁਰੇ ਜਾਂਦਿਆਂ ਦੇ ਪੈਦਲ।
ਜੇ ਕਿਤੇ ਰਾਹ ਵਿੱਚ ਕੋਈ ਪੱਥਰ ਡਿੱਗਾ, ਜੇ ਕੋਈ ਰਾਹ 'ਚ ਕੋਈ ਰੋੜਾ ਡਿੱਗਾ, ਭਾਵੇਂ ਜਿੰਨੀ ਮਰਜ਼ੀ ਕਾਹਲ ਵਿੱਚ ਹੋਵਣ, ਉਸ ਪੱਥਰ ਨੂੰ ਪੈਰ ਨਾਲ ਜਾਂ ਹੱਥ ਨਾਲ ਚੁੱਕ ਕੇ ਪਾਸੇ ਕਰਦੇ ਵੀ ਰਸਤੇ 'ਚ ਪਿਆ। ਹੁਣ ਤਾਂ ਰਾਹ 'ਚ ਪਿਆ ਰਵੇ, ਕਿਸੇ ਦਾ ਐਕਸੀਡੈਂਟ ਹੋਵੇ, ਕੋਈ ਡਿੱਗੇ ਟੱਠੇ, ਕਿਸੇ ਨੂੰ ਕੋਈ ਪਰਵਾਹ ਨਹੀਂ। ਪਰ ਬਜ਼ੁਰਗਾਂ ਵਿੱਚ ਇਹ ਖਾਸੀਅਤ ਵੇਖੀ ਐ ਸੀ, ਉਹ ਵੇਖਦੇ ਨੇ ਵੀ ਜੇ ਰਸਤੇ 'ਚ ਕੋਈ ਪੱਥਰ ਕੰਕਰ ਜਾਂ ਕੰਡਾ ਪਿਆ, ਉਹ ਚੁੱਕ ਕੇ ਪਾਸੇ ਕਰਦੇ ਵੀ ਕਿਸੇ ਰਾਹਗੀਰ ਨੂੰ ਨੁਕਸਾਨ ਨਾ ਹੋਵੇ। ਉਹਨਾਂ ਅੰਦਰ ਇਹ ਬਿਰਤੀ ਸੀ ਵੀ ਇਹ ਰਸਤਾ ਸਵਾਰਨਾ। ਪਰ ਸਾਡੇ ਅੰਦਰ ਇਹ ਬਿਰਤੀ ਨਾ ਇਹ ਬਾਹਰਲੀ ਰਸਤੇ ਸਵਾਰਨ ਦੀ ਹੈ ਤੇ ਨਾ ਅੰਤਰੀਵੀ ਰਸਤੇ ਨੂੰ ਸਵਾਰਨ ਦੀ ਹੈ। ਦੋਵੇਂ ਪਾਸੇ ਖੁੰਝੇ ਹੋਏ। ਰਸਤਿਆਂ ਦੇ ਉੱਤੇ ਲੋਕਾਂ ਦਰਖਤ ਲਾਉਣੇ ਵੀ ਆਉਂਦੇ ਜਾਂਦੇ ਮੁਸਾਫਰਾਂ ਨੂੰ ਛਾਂ ਮਿਲੇ, ਇਹ ਸੁਖੀ ਹਵਨ। ਪਾਣੀ ਦੇ ਪ੍ਰਬੰਧ ਕਰਨੇ। ਉਹਨਾਂ ਅੰਦਰ ਚਿੰਤਾ ਸੀ ਕਿ ਆਪਣੇ ਰਸਤੇ ਨੂੰ ਸਵਾਰਨਾ। ਸਾਡਾ ਜਨਮ ਬੀਤ ਰਿਹਾ ਪਰ ਆਪਣਾ ਪੰਥ ਸਵਾਰਨ ਦਾ ਸਾਡੇ ਪਾਸ ਧਿਆਨ ਨਹੀਂ ਹੈ। ਪਾਤਸ਼ਾਹ ਕਹਿੰਦੇ ਜਨਮ ਸਿਰਾਨੋ ਪੰਥ ਨਾ ਸਵਾਰਾ, ਜਨਮ ਬਤੀਤ ਕਰ ਰਿਹਾ ਪਰ ਤੂੰ ਆਪਣਾ ਪੰਥ, ਜਿਹੜੇ ਰਾਹ ਤੇ ਤਾਂ ਟੁਰ ਕੇ ਜਾਣਾ, ਉਸ ਰਸਤੇ ਨੂੰ ਨਹੀਂ ਸਵਾਰਦਾ। ਖਾਲਸਾ ਜੀ, ਇਹ ਗੁਰੂ ਨਾਨਕ ਸਾਹਿਬ ਦਾ ਪੰਥ, ਆਪਾਂ ਕਹਿੰਦੇ ਖਾਲਸਾ ਪੰਥ। ਪੁਰਾਤਨ ਸ਼ਬਦ ਇੱਕ ਇਹ ਵੀ ਵਰਤਿਆ ਜਾਂਦਾ ਸੀ, ਨਾਨਕ ਪੰਥੀ। ਨਾਨਕ ਪੰਥੀ ਸਿੱਖ, ਜਿਸ ਰਾਹ ਤੇ ਗੁਰੂ ਨਾਨਕ ਸਾਹਿਬ ਟੁਰੇ ਉਸ ਰਾਹ ਤੇ ਚੱਲਣ ਵਾਲੇ ਨਾਨਕ ਪੰਥੀ। ਖਾਲਸਾ ਪੰਥ, ਗੁਰੂ ਕਾ ਪੰਥ। ਪੰਥ ਦਾ ਮਤਲਬ ਹੁੰਦਾ ਰਾਹ, ਰਸਤਾ, ਨਿਰਾਲਾ ਰਸਤਾ। ਕਲਗੀਧਰ ਸਵਾਮੀ ਜੀ ਨੇ ਵੇਖਿਆ ਕਿ ਨਿਆਰਾ ਕਰ ਦਈਏ ਇਹਨਾਂ ਨੂੰ ਸਾਰਿਆਂ ਤੋਂ, ਇਹਨਾਂ ਦਾ ਰਸਤਾ ਹੀ ਸਭ ਤੋਂ ਨਿਆਰਾ ਹੋਵੇ। ਵੇਖਿਆ ਇਹ ਜਗਤ ਦੇ ਲੋਕ ਜਗਤ ਝੂਠ ਖਾਂਦੇ ਆ, ਜੋ ਗੰਦ ਮੰਦ ਪਤਾ ਨਹੀਂ ਕੀ ਭੱਖ ਜਾਂਦੇ ਆ, ਖਾ ਜਾਂਦੇ ਆ। ਮੈਂ ਆਪਣੇ ਪੰਥ ਦਾ ਖਾਣਾ ਪਵਿੱਤਰ ਕਰ ਦਿਆਂ। ਆਖਿਆ ਖਾਲਸਾ ਜੀ, ਤੁਸੀਂ ਇਹ ਜਗਤ ਝੂਠ ਆਦਿਕ ਭੈੜੀਆਂ ਬਿਰਤੀਆਂ ਨੂੰ ਤਿਆਗਣਾ ਹੈ, ਇਹਦਾ ਸੇਵਨ ਨਹੀਂ ਕਰਨਾ, ਕੁੱਠਾ ਨਹੀਂ ਖਾਵਣਾ। ਤੋ ਉੱਥੋਂ ਨਿਰਾਲਾ ਕੀਤਾ। ਗੁਰਦੇਵ ਨੇ ਸਾਨੂੰ ਪਹਿਰਾਵਾ ਦਿੱਤਾ, ਉਹ ਵੀ ਸੰਸਾਰ ਤੋਂ ਨਿਰਾਲਾ ਪਏ। ਉੱਚੇ ਉੱਚੇ ਦਸਤਾਰੇ, ਗਾਤਰੇ, ਸ਼੍ਰੀ ਸਾਹਿਬਾਂ, ਇਹ ਸ਼ਸਤਰਧਾਰੀ ਸਵਰੂਪ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ। ਸਿਧਾਂਤ ਗੁਰੂ ਨਾਨਕ ਸਾਹਿਬ ਬਖਸ਼ੀ ਗਏ ਨੇ। ਪਹਿਲਾਂ ਗੁਰਬਾਣੀ ਕਰਕੇ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਗੁਰੂ ਕਾ ਮਤ ਦੁਨੀਆ ਦੇ ਸਾਰੇ ਮਤਾਂ ਤੋਂ ਨਿਰਾਲਾ ਮਤ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੇ ਸਾਨੂੰ ਪੰਥ, ਇਹਨੂੰ ਵੀ ਪੰਥ ਕਹਿੰਦੇ, ਇਹ ਪੰਥ ਹੈ, ਗੁਰੂ ਕਾ ਪੰਥ, ਗੁਰੂ ਖਾਲਸਾ ਪੰਥ। ਤੋ ਪੰਥ ਦਾ ਮਤਲਬ ਹੁੰਦਾ ਰਾਹ। ਕਹਿੰਦੇ ਤੂੰ ਆਪਣਾ ਜਨਮ ਬਤੀਤ ਕਰ ਲਿਆ ਪਰ ਆਪਣਾ ਪੰਥ, ਆਪਣਾ ਰਸਤਾ ਨਹੀਂ ਸਵਾਰਿਆ। ਸਾਂਝ ਪਰੀ ਦਹਿ ਦਿਸ ਅੰਧਿਆਰਾ। ਜਦੋਂ ਸਾਂਝ ਪੈ ਗਈ, ਸ਼ਾਮ ਪੈ ਗਈ, ਤੇ ਫਿਰ ਦਸਾਂ ਦਿਸ਼ਾਵਾਂ 'ਚ ਹਨੇਰਾ ਵਰਤ ਗਿਆ। ਜਦੋਂ ਸ਼ਾਮ ਪੈਂਦੀ ਤੇ ਹਨੇਰਾ ਵਰਤ ਜਾਂਦਾ ਨਾ, ਚਾਰੇ ਪਾਸੇ ਅੰਧਕਾਰ ਹੀ ਅੰਧਕਾਰ ਹੋ ਜਾਂਦਾ। ਮਹਾਰਾਜ ਭਗਤ ਰਵਿਦਾਸ ਜੀ ਸਾਨੂੰ ਜਾਣੂ ਕਰਾਉਂਦੇ ਕਿ ਜਦੋਂ ਬੁਢੇਪੇ ਦੀ ਸੰਧਿਆ ਆਉਂਦੀ ਹੈ ਨਾ, ਬੁਢੇਪੇ ਦੀ ਸੰਧਿਆ, ਜਵਾਨੀ ਜਿਹੜੀ ਹੈ ਨਾ, ਇਹ ਸੂਰਜ ਦਾ ਸਿਖਰ ਹੈ, ਜਿਹਨੂੰ ਦੁਪਹਿਰ ਦਾ ਸਮਾਂ ਕਹਿੰਦੇ ਆ, ਵੀ ਐਨ ਚੜਿਆ ਹੋਇਆ ਸੂਰਜ। ਬਚਪਨ ਸੀ ਸਵੇਰ ਦਾ ਉਗਿਆ ਹੋਇਆ ਸੂਰਜ, ਵੀ ਹਾਲੇ ਉਗਿਆ। ਜਵਾਨੀ ਇਹ ਦੁਪਹਿਰ ਦਾ ਸੂਰਜ, ਤੇ ਬੁਢੇਪਾ ਸ਼ਾਮ ਨੂੰ ਢਲਦਾ ਹੋਇਆ ਸੂਰਜ। ਕਹਿੰਦੇ ਜਦੋਂ ਇਹ ਜਵਾਨੀ ਦਾ ਸੂਰਜ ਢਲਣਾ ਨਾ, ਯਾਨੀ ਕਿ ਬੁਢੇਪਾ ਆਉਣਾ, ਤਾਂ ਉਸ ਵੇਲੇ ਤੇਰੀਆਂ 10 ਇੰਦਰੀਆਂ ਵਿੱਚ ਹਨੇਰਾ ਵਰਤ ਜਾਣਾ। 5 ਗਿਆਨ ਇੰਦਰੀਆਂ ਨੇ, 5 ਹੀ ਕਰਮ ਇੰਦਰੀਆਂ ਨੇ। ਗਿਆਨ ਇੰਦਰੀ ਨੇ ਅੱਖਾਂ, ਚਮੜੀ,
ਅੱਖਾਂ ਨਾਲ ਗਿਆਨ ਹੁੰਦਾ ਰੂਪ ਦਾ, ਇਹ ਕਾਲਾ ਹੈ, ਇਹ ਚਿੱਟਾ ਹੈ, ਇਹ ਫਲਾਣਾ, ਇਹ ਅਮਕ ਹੈ। ਚਮੜੀ ਨਾਲ ਗਿਆਨ ਹੁੰਦਾ ਵੀ ਠੰਡਾ ਆ, ਤੱਤਾ ਆ, ਖਰਬ ਹੈ ਜਾਂ ਕੂਲਾ ਹੈ। ਚਮੜੀ ਨਾਲ ਵੀ ਇਹ ਵੀ ਗਿਆਨ ਇੰਦਰ ਹੈ। ਨਾਸਕਾ ਵੀ ਗਿਆਨ ਇੰਦਰ ਹੈ, ਜਿਹਦੇ ਨਾਲ ਗਿਆਨ ਹੁੰਦਾ ਵੀ ਇਹ ਸੁਗੰਧੀ ਹੈ, ਦੁਰਗੰਧੀ ਹੈ, ਗੁਲਾਬ ਦੇ ਫੁੱਲ ਦੀ ਖੁਸ਼ਬੂ ਹੈ, ਇਹ ਗਿਆਨ ਹੋ ਰਿਹਾ ਨਾ। ਕੰਨ ਵੀ ਗਿਆਨ ਇੰਦਰੇ ਨੇ, ਸ਼ਰਵਣ, ਇਹਦੇ ਨਾਲ ਸ਼ਬਦ ਦਾ ਗਿਆਨ ਹੁੰਦਾ, ਕੌਣ ਕੀ ਪਿਆ ਗੱਲ ਕਹਿੰਦਾ, ਕੌਣ ਪਿਆ ਬੋਲਦਾ। ਭਾਵੇਂ ਸ਼ਕਲ ਨਾ ਦਿਸੇ, ਆਵਾਜ਼ ਸੁਣ ਕੇ ਵੀ ਪਛਾਣ ਲੈਨੇ ਆ, ਕਿਉਂਕਿ ਇਹ ਕੰਨ ਵੀ ਗਿਆਨ ਇੰਦਰੇ ਨੇ। ਇਹ ਜਿਹੜੀ ਜ਼ੁਬਾਨ ਹੈ, ਰਸਨਾ, ਇਹ ਪੰਜਵਾਂ ਗਿਆਨ ਇੰਦਰ ਹੈ। ਇਹਦੇ ਨਾਲ ਗਿਆਨ ਹੁੰਦਾ ਵੀ ਇਹ ਮਿੱਠਾ ਹੈ, ਇਹ ਕੌੜਾ ਹੈ, ਇਹ ਕਸੈਲਾ ਹੈ, ਇਹ ਖੱਟਾ ਹੈ, ਇਹ ਮਿਰਚਾਂ ਵਾਲਾ ਸਵਾਦੀ ਸਲੂਣਾ। ਤੇ ਜ਼ੁਬਾਨ ਨਾਲ ਜਿਹੜਾ ਗਿਆਨ ਹੋਵੇ, ਜ਼ੁਬਾਨ ਵੀ ਗਿਆਨ ਇੰਦਰ। ਇਹ ਨੇ ਪੰਜ ਗਿਆਨ ਇੰਦਰੇ ਤੇ ਪੰਜ ਹੀ ਨੇ ਕਰਮ ਇੰਦਰੇ। ਹੱਥ ਨੇ, ਪੈਰ ਨੇ। ਜ਼ੁਬਾਨ ਜਿਹੜੀ ਇਹ ਗਿਆਨ ਇੰਦਰਾ ਵੀ ਆ ਤੇ ਕਰਮ ਇੰਦਰਾ ਵੀ ਹੈ। ਇਹਦੇ ਨਾਲ ਅਸੀਂ ਬੋਲਦੇ ਵੀ ਇਸ ਕਰਕੇ ਕਰਮ ਇੰਦਰਾ ਵੀ ਹੈ। ਗੋਦਾ ਔਰ ਲਿੰਗ, ਏਦਾਂ ਇਹ ਪੰਜ ਕਰਮ ਇੰਦਰੇ ਨੇ। ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ ਵੀ ਇਹ 10 ਦਹ ਦਿਸ ਅੰਧਿਆਰਾ, ਜਿਹੜਾ ਸ਼ਬਦ ਵਰਤਿਆ ਨਾ, ਦਹ ਦਿਸ, ਯਾਨੀ ਕਿ 10 ਇੰਦਰੇ ਹੋ ਗਏ, 5 ਗਿਆਨ ਇੰਦਰੇ ਤੇ 5 ਕਰਮ ਇੰਦਰੇ। ਇਹ ਪੰਜੇ ਪੈਦਾ ਹੋਏ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਯਾਨੀ ਕਿ ਆਕਾਸ਼, ਜਲ, ਵਾਯੂ, ਅਗਨੀ ਔਰ ਧਰਤੀ ਪੰਜਾਂ ਤੱਤਾਂ ਦੇ ਸੂਖਮ ਤੱਤਾਂ ਤੋਂ ਬਣੇ ਹਨ। ਪੰਜੇ ਤੱਤ ਇਹਦੇ ਵਿੱਚ ਮਿਸ਼ਰਤ ਨੇ। ਜਦੋਂ ਬੁਢੇਪਾ ਆਉਂਦਾ ਤਾਂ ਉਸ ਵੇਲੇ ਇਹਨਾਂ 10 ਦਿਸ਼ਾਵਾਂ ਦੇ ਵਿੱਚ, ਯਾਨੀ ਕਿ ਇਹਨਾਂ 10 ਇੰਦਰੀਆਂ ਵਿੱਚ ਹਨੇਰਾ ਵਰਤਣਾ ਸ਼ੁਰੂ ਹੋ ਜਾਂਦਾ। ਅੱਖਾਂ ਦੀ ਲੋ ਘਟਣ ਲੱਗ ਪੈਂਦੀ ਹੈ, ਕੰਨਾਂ ਦੀ ਸ਼ਕਤੀ ਘਟਣ ਲੱਗ ਪੈਂਦੀ ਹੈ, ਹੱਥਾਂ ਦੇ ਪਕੜਨ ਦੀ ਸ਼ਕਤੀ, ਲੱਤਾਂ ਦੇ ਚੱਲਣ ਦੀ ਸ਼ਕਤੀ, ਸਰੀਰ ਦਾ ਜਿਹੜਾ ਤਾਣ ਹੈ ਉਹ ਦਿਨ ਦਿਨ ਕਰਕੇ ਬੁਢੇਪੇ ਵਿੱਚ ਫਿਰ ਘਟਦਾ ਚਲਿਆ ਜਾਂਦਾ। ਇਉਂ ਘਟਦਾ ਫਿਰ ਅਖੀਰ ਨੂੰ ਡਿੱਗ ਹੀ ਪੈਂਦਾ, ਢਹਿ ਹੀ ਪੈਂਦਾ। ਮਹਾਰਾਜ ਜੀ ਕਹਿੰਦੇ ਹਾਲੇ ਹੀ ਸਮਾਂ ਸੀ ਤੇਰੇ ਪਾਸ, ਜਦੋਂ ਤੱਕ ਇਹ ਡਿੱਗਿਆ ਨਹੀਂ, ਜਦੋਂ ਤੱਕ ਇਹ ਟੱਠਾ ਨਹੀਂ, ਉਦੋਂ ਤੱਕ ਤੇਰੇ ਕੋਲ ਸਮਾਂ ਸੀ ਕਿ ਤੂੰ ਨਿਰੰਕਾਰ ਦੀ ਬੰਦਗੀ ਕਰ ਲੈਂਦਾ। ਪਰ ਤੂੰ ਜਨਮ ਬਤੀਤ ਕਰ ਦਿੱਤਾ, ਆਪਣਾ ਪੰਥ ਨਹੀਂ ਸਵਾਰਿਆ। ਅਖੀਰ ਨੂੰ ਬੁਢੇਪਾ ਆਇਆ ਤੇ 10 ਇੰਦਰੀਆਂ ਦੇ ਵਿੱਚ ਅੰਧਕਾਰ ਛਾ ਗਿਆ। ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ। ਕਹਿੰਦੇ ਹਾਲਤ ਹੋ ਗਈ, ਸਿਰ ਕੰਪਿਓ, ਪਗ ਡਗਮਗੇ, ਨੈਣ ਜੋਤ ਤੇ ਹੀਨ। ਕਹਿੰਦੇ ਹੁਣ ਬੋਲਦਾ, ਆਵਾਜ਼ ਮਾਰਦਾ, ਕਹਿੰਦਾ ਮੇਰੀ ਆਵਾਜ਼ ਮੀਲ ਤਾਈਂ ਜਾਂਦੀ ਹੈ। ਬੁਢੇਪੇ ਦੇ ਵਿੱਚ ਬੋਲਦਾ ਹੈ, ਕੋਲ ਭਾਵੇਂ ਕਿਸੇ ਨੇ ਮੂੰਹ ਦੇ ਨਾਲ ਕੰਨ ਲਾਇਆ ਹੋਵੇ ਤੇ ਇਉਂ ਆਵਾਜ਼ ਨਿਕਲਦੀ ਹੈ ਜਿਵੇਂ 7ਵੇਂ ਪਤਾਲ ਚੋਂ ਥੱਲਿਓਂ ਆਵਾਜ਼ ਨਿਕਲਦੀ ਹੋਵੇ। ਤਨ ਜੀਰਨ ਹੁੰਦਾ। ਬੁਢੇਪੇ ਦਾ ਰੋਗ ਐਸਾ ਰੋਗ ਹੈ ਕਿ ਜਿਹੜਾ ਦੁਨੀਆ ਦੇ ਸਰੀਰ ਦੇ ਸਾਰੇ ਰੋਗਾਂ ਨੂੰ ਸੱਦਾ ਦੇ ਕੇ ਬੁਲਾ ਲੈਂਦਾ। ਔਰ ਇਹ ਜਰਾ ਰੋਗ ਪਾਤਸ਼ਾਹ ਕਹਿੰਦੇ ਜਦੋਂ ਤੱਕ ਨਹੀਂ ਆਇਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਦੋਂ ਤੱਕ ਮੌਤ ਨੇ ਤੈਨੂੰ ਭੱਖ ਨਹੀਂ ਲਿਆ ਸਜਣਾ, ਉਦੋਂ ਤੱਕ ਤੂੰ ਪਰਮੇਸ਼ਰ ਦਾ ਭਜਨ ਕਰ ਲੈ। ਇਹ ਸਮਾਂ ਪਰਮੇਸ਼ਰ ਨੇ ਬਖਸ਼ਿਆ, ਇਹਨੂੰ ਅਜਾਈ ਨਾ ਗਵਾਈਏ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਸਾਡਾ ਸਮਾਂ ਨਿਸ਼ਫਲ ਨਾ ਬੀਤੇ। ਇਹ ਸਮਾਂ ਤੁਹਾਡੀ ਬੰਦਗੀ ਕਰਦਿਆਂ ਬੀਤੇ, ਤੁਹਾਡਾ ਭਜਨ ਕਰਦਿਆਂ ਬੀਤੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ। 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 ਸਾਂਝ ਪਰੀ ਦਹ ਦਿਸ ਅੰਧਿਆਰਾ। ਜਦੋਂ ਬੁਢੇਪੇ ਦੀ ਰਾਤ ਆਈ ਤਾਂ ਫਿਰ ਦਸਾਂ ਇੰਦਰੀਆਂ ਦੇ ਵਿੱਚ ਅੰਧਿਆਰਾ ਛਾ ਜਾਣਾ ਹੈ। ਜਦੋਂ ਤੱਕ ਇਸ ਸਰੀਰ ਵਿੱਚ ਤਾਣ ਹੈ, ਪਰਮੇਸ਼ਰ ਨੇ ਸਵਾਸ ਬਖਸ਼ੇ ਹਨ। ਹੇ ਭਾਈ, ਤੂੰ ਪਰਮੇਸ਼ਰ ਦਾ ਭਜਨ ਕਰਕੇ ਸਮਾਂ ਸਫਲ ਕਰ। ਕਹਿ ਰਵਿਦਾਸ ਨਿਦਾਨ ਦੀਵਾਨੇ। ਮਹਾਰਾਜ ਭਗਤ ਰਵਿਦਾਸ ਜੀ ਅਖੀਰਲੀਆਂ ਪੰਕਤੀਆਂ 'ਚ ਸਾਨੂੰ ਸੁਚੇਤ ਕਰਦੇ, ਹੇ ਨਿਦਾਨ। ਉੱਤੇ ਸ਼ਬਦ ਵਰਤ ਕੇ ਆਏ ਨੇ ਇਆਨਾ। ਕਿਆ ਤੂੰ ਸੋਇਆ? ਜਾਗ ਇਆਨਾ। ਇੱਥੇ ਫਿਰ ਸ਼ਬਦ ਵਰਤਦੇ ਨੇ ਨਿਦਾਨ, ਨਿਦਾਨ। ਰਵਿਦਾਸ ਜੀ ਮਹਾਰਾਜ ਜੀ ਫਰਮਾਉਂਦੇ ਹਨ, ਨਿਦਾਨ ਦਾ ਅਖਰੀ ਅਰਥ ਮਹਾਂਪੁਰਸ਼ਾਂ ਨੇ ਅੰਤ ਵੀ ਕੀਤਾ। ਜਬ ਆਬ ਕੀ ਔਧ ਨਿਦਾਨ ਬਨੈ। ਨਿਦਾਨ ਦਾ ਅਰਥ ਅੰਤ ਵੀ ਹੁੰਦਾ। ਕਹਿੰਦੇ, ਹੇ ਨਿਦਾਨ ਪ੍ਰਾਣੀ, ਦੀਵਾਨੇ। ਦੀਵਾਨੇ ਕਹਿੰਦੇ ਨੇ ਦੀਵਾਲੀਏ ਨੂੰ, ਜਿਹਨੂੰ ਆਪਾਂ ਕਹਿ ਦਿੰਦੇ ਆ ਪਾਗਲ, ਬੌਰਾ, ਨਾ ਸਮਝ। ਕਹਿੰਦੇ ਕਿਉਂ ਦੀਵਾਲੀਆ ਹੋਇਆ ਫਿਰਦਾ? ਕਿਉਂਕਿ ਕਾਮ ਨੇ, ਕ੍ਰੋਧ ਨੇ, ਹੰਕਾਰ ਨੇ, ਨਾ ਵਿਕਾਰਾਂ ਨੇ ਇਸ ਮਨੁੱਖ ਨੂੰ ਦੀਵਾਨਾ ਬਣਾ ਦਿੱਤਾ। ਕਾਮ, ਕ੍ਰੋਧ, ਅਹੰਕਾਰ ਫਿਰ ਹੈ ਦੀਵਾਨਿਆ। ਕਾਮ, ਕ੍ਰੋਧ, ਹੰਕਾਰ ਕਰਕੇ ਬੰਦਾ ਦੀਵਾਲੀਆ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਕਹਿੰਦੇ, ਹੇ ਨਿਦਾਨ, ਹਾਲੇ ਵੀ ਸਮਾਂ ਹੈ। ਚੇਤਸ ਨਾਹੀ ਦੁਨੀਆ ਫਨ ਖਾਨੇ। ਤੂੰ ਰੱਬ ਨੂੰ ਚੇਤਦਾ ਕਿਉਂ ਨਹੀਂ? ਇਹ ਦੁਨੀਆ ਫਨਾ ਹੋ ਜਾਣ ਵਾਲੀ ਹੈ। ਕਿਹੜੀ ਫਨਾ ਹੋ ਜਾਣ ਵਾਲੀ ਦੁਨੀਆ ਦੇ ਉਲਝੇਵੇਂ ਚੁਲਝਿਆ? ਕਿਉਂ ਨਹੀਂ ਚੇਤਦਾ ਉਸ ਪ੍ਰਮਾਤਮਾ ਨੂੰ, ਅਕਾਲ ਪੁਰਖ ਨੂੰ? ਚੇਤਨਾ ਹੈ ਤੂੰ ਚੇਤ ਲੈ, ਜਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਚਿਤ ਚੇਤਸ ਕੀ ਨਾ ਬਵਰਿਆ। ਕਿਉਂ ਨਹੀਂ ਰੱਬ ਦਾ ਚਿੰਤਨ ਕਰਦਾ? ਕਿਉਂ ਨਹੀਂ ਉਹਨੂੰ ਚੇਤਦਾ? ਤੇਰਾ ਸਮਾਂ ਹੈ ਹੁਣ ਇਹੀ ਕਿ ਤੂੰ ਉਸ ਨੂੰ ਚੇਤ, ਨਹੀਂ ਤਾਂ ਨਿਦਾਨ ਬਣ ਕੇ, ਦੀਵਾਲੀਆ ਹੋ ਕੇ ਆਪਣੀ ਸਾਰੀ ਜ਼ਿੰਦਗੀ ਨੂੰ ਬਸਰ ਕਰਕੇ ਅਜਾਈਂ ਗਵਾ ਦੇਵੇਂਗਾ। ਮਹਾਰਾਜ ਭਗਤ ਰਵਿਦਾਸ ਜੀ ਨੇ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਦਾ ਹੁਕਮ ਸਾਨੂੰ ਸਾਰਿਆਂ ਨੂੰ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਇਹੀ ਸਾਰ ਹੈ, ਕਰ ਬੰਦਗੀ ਛਾੜ ਮੈਂ ਮੇਰਾ। ਪਰਮੇਸ਼ਰ ਦੀ ਬੰਦਗੀ ਕਰ ਔਰ ਮੈਂ ਮੇਰੀ ਦੀ ਬਿਰਤੀ ਦਾ ਤਿਆਗ ਕਰ। ਗੁਰਦੇਵ ਕਿਰਪਾ ਕਰਨ। ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।